अस्सलाम वालेकुम। उम्मीद है सारे ठीक होवोगे, खैरियत नाल होवोगे। पंजाबी सिलसिले दी अगली किस्त कहांगे, अगला हिस्सा, अगलियां गल्लां बातां। लेकिन मबनी ने, बुनियाद ने ते हवा च नहीं छड्डनी, क्योंकि तारीख जिहड़ी है ਇਹ ਹਵਾ ਚ ਨਹੀਂ ਛੱਡੀ ਜਾਂਦੀ, ਇਹ ਸੀਨਾ ਬਸੀਨਾ ਚੱਲਦੀ ਹੈ ਕਿਤਾਬਾਂ ਤੋਂ ਕਿਤਾਬਾਂ ਅੱਗੇ। ਤੇ ਜਿਹੜੀ ਮਾਡਰਨ ਤਹਿਕੀਕ ਹੈ ਇਹ ਤੇ ਅਗਲੇ ਲਾ ਕੇ ਇੰਸਟਰੂਮੈਂਟਾਂ ਨਾਲ ਚੈੱਕ ਕਰ ਕਿ ਕਿੰਨੇ 100 ਸਾਲ ਪੁਰਾਣੀ ਹੈ, ਕਿੰਨੇ ਸਾਲ ਪੁਰਾਣੀ ਹੈ। ਹਾਂਜੀ, ਬੜੇ ਬੜੇ ਤਰੀਕੇ ਦੁਨੀਆ ਨੇ ਯਾਦ ਕਰ। ਅਸੀਂ ਗੱਲ ਕਰ ਰਹੇ ਸੀ ਹੜੱਪਾ ਤੇ ਮੋਹਨਜੋਦੜੋ ਬਾਰੇ। ਹੁਣ ਹੜੱਪਾ ਤੇ ਮੋਹਨਜੋਦੜੋ ਦੇ ਲੋਕ ਜਿਹੜੇ ਸਨ ਤਜਾਰਤ ਕਰਦੇ ਸਨ ਮੀਜ਼ੋਪਟਾਮੀਆ ਦੇ ਲੋਕਾਂ ਨਾਲ। ਮੀਜ਼ੋਪਟਾਮੀਆ ਦਾ ਜਿਹੜਾ ਸਦਰ ਮੁਕਾਮ ਸੀ ਕਹਿੰਦੇ ਨੇ ਬਾਬਲ ਸ਼ਹਿਰ ਸੀ। ਬੈਬਲਾਈਨ ਹਿਸਟਰੀ ਚ ਮਿਲਦਾ ਸਾਨੂੰ ਕਿ ਉਹ ਲਟਕਦੇ ਹੋਏ ਬਾਗ ਬਾਬਲ ਦੇ, ਹੈਂਗਿੰਗ ਗਾਰਡਨਸ ਆਫ ਬੈਬਲਾਈਨ ਮੋਰਖਾ ਨੇ ਲਿਖਿਆ ਹੈ, ਕਈਆਂ ਕਿਤਾਬਾਂ ਚ ਜ਼ਿਕਰ ਹੈ ਉਹਦਾ। ਖੰਡਰਾਤ ਉਹਦੇ ਵੀ ਉਸ ਤਰ੍ਹਾਂ ਮੌਜੂਦ ਨੇ ਜਿਵੇਂ ਸਾਡੇ ਮੋਹਨਜੋਦੜੋ ਤੇ ਹੜੱਪਾ ਦੇ ਨੇ। ਤੇ ਤਹਿਕੀਕਕਾਰਾਂ ਨੇ ਦੱਸਿਆ ਕਿ ਹੜੱਪਾ ਤੇ ਮੋਹਨਜੋਦੜੋ ਦੇ ਜਿਹੜੇ ਲੋਕ ਸਨ ਇਹ ਬਾਬਲ ਦੇ ਨਾਲ ਤਜਾਰਤ ਕਰਦੇ ਸੀ। ਰਾਹ ਕਿਹੜਾ ਸੀ? ਉਹੀ ਪੁਰਾਣਾ ਰਾਹ। ਪੁਰਾਣਾ ਉਹਦਾ ਨਾਮ ਮੈਨੂੰ ਨਹੀਂ ਆਉਂਦਾ, ਅਗਰ ਕਿਸੇ ਨੂੰ ਪਤਾ ਹੈ ਮੈਨੂੰ ਥੱਲੇ ਦੱਸ। ਉਹਨੂੰ ਰੇਸ਼ਮ ਦੀ ਸੜਕ ਕਿਹਾ ਜਾਂਦਾ ਸੀ ਕਿ ਜਿਹੜੀ ਚੀਨ ਤੋਂ ਲੈ ਕੇ ਤੇ ਉਹ ਤੋੜ ਉੱਥੋਂ ਤਾਂ ਨਹੀਂ ਜਾਂਦੇ ਸੀ। ਤੇ ਆਮ ਲੋਕਾਂ ਦਾ ਆਪਸ ਦੇ ਵਿੱਚ ਲੈਣ ਦੇਣ ਕਿਵੇਂ ਹੁੰਦਾ? ਆਮ ਲੋਕਾਂ ਦਾ ਆਪਸ ਦੇ ਵਿੱਚ ਲੈਣ ਦੇਣ ਹੁੰਦਾ ਸੀ, ਬਾਰਟਰ ਸਿਸਟਮ ਉਹਨੂੰ ਕਿਹਾ ਜਾਂਦਾ ਕਿ ਇਹ ਆਪਸ ਦੇ ਵਿੱਚ ਜਿਹੜਾ ਤਲਕ ਕਰਦੇ ਸਨ ਇਹ ਬਾਰਟਰ ਸਿਸਟਮ ਸੀ। ਹਾਂਜੀ, ਲੈ ਭਾਈ ਐ ਮੇਰੀ ਬੱਕਰੀ ਲੈ ਲੈ, ਮੈਨੂੰ ਕਣਕ ਦੇ ਦੇ। ਬੱਕਰੀ ਵੇਖ ਲੈ ਮੇਰੀ ਕਿੱਡੀ ਤਗੜੀ ਹੈ ਤੇ ਇਹਦੇ ਮੈਂ 2 ਮਾਣੀਆਂ ਕਰਾਂ। ਇਹ ਮਾਣੀਆਂ ਐਵੇਂ ਨਹੀਂ ਨਿਕਲ ਆਈਆਂ, ਮਨ ਐਵੇਂ। ਇਹ ਸਾਡਾ ਬੜਾ ਪੁਰਾਣਾ ਨਿਜ਼ਾਮ। ਫਿਰ ਤੁਹਾਨੂੰ ਯਾਦ ਹੋਏਗਾ ਕਿ ਜਿਹੜੇ ਵੱਡੇ ਸਨ ਉਹ 20 ਚ ਗਿਣਦੇ ਹੁੰਦੇ ਸੀ। ਇਹ ਜੀ 5 20 ਦੇ ਵਿੱਚ ਅਸੀਂ ਮੱਝ ਵੇਚਣੀ ਹੈ, ਇਹ ਜੀ 15 20 ਦੇ ਵਿੱਚ ਗਾਂ ਵੇਚਣੀ ਹੈ। ਉਹਨਾਂ ਦੀ ਗਿਣਤੀ 20 ਸੀ। ਹਾਂਜੀ, ਤੇ ਮਨ ਤੋਂ ਮਾਨੀ ਤੇ ਮਾਨੀ ਤੋਂ ਅੱਗੇ ਕੁਛ ਨਹੀਂ। ਜੇ ਅਗਰ ਹੈ ਕਿਤੇ ਤਰੀਕ ਚ ਹਵਾਲਾ ਹੈ ਮੈਨੂੰ ਦੱਸੋ, ਮੇਰੇ ਜਿਹੜਾ ਵੇ ਇਲਮ ਵਧੇਗਾ। ਤੇ ਇਹ ਸਾਰੀਆਂ ਗੱਲਾਂ ਸਨ। ਫਿਰ ਜਦੋਂ ਦੂਸਰੇ ਮੁਲਕ ਨਾਲ ਫਿਰ ਉਹ ਹੁੰਦੀ ਸੀ ਸੋਨੇ ਤੇ ਚਾਂਦੀ ਦੇ ਵਿੱਚ, ਸੋਨਾ ਚਾਂਦੀ ਲੈਣ ਦਾ। ਫਿਰ ਕਈ ਐਸੀਆਂ ਚੀਜ਼ਾਂ ਜਿਹੜੀਆਂ ਇਹਨਾਂ ਇਲਾਕਿਆਂ ਦੇ ਵਿੱਚ, ਇਹਨਾਂ ਸ਼ਹਿਰਾਂ ਦੇ ਵਿੱਚ ਇੱਥੇ ਦੇ ਜਿਹੜੇ ਕਿਸਾਨ ਨੇ ਉਹ ਪੈਦਾ ਨਹੀਂ ਸੀ ਕਰ ਸਕਦੇ, ਇੱਥੇ ਉਹ ਉੱਗਦੀਆਂ ਨਹੀਂ ਸਨ, ਉਹ ਫਿਰ ਉਧਰੋਂ ਆਉਂਦੀਆਂ। ਕਿਉਂਕਿ ਮਿਸਰ ਦੀਆਂ ਜਿਹੜੀਆਂ ਪੁਰਾਣੀਆਂ ਤਹਿਰੀਰਾਂ ਨੇ ਉੱਥੇ ਵੀ ਇਹ ਗੱਲ ਹੋ ਚੁੱਕੀ ਹੈ, ਉਹਨਾਂ ਦੇ ਵਿੱਚ ਗੱਲ ਨਿਕਲ ਚੁੱਕੀ ਕਿ ਜੀ ਇਹ ਜਿਹੜਾ ਵੇ ਨਾ ਚੜ੍ਹਦੇ ਵਾਲੇ ਪਾਸੇ, ਇਹ ਫਲਾਨੀ ਸ਼ਾਇਦ ਚੜ੍ਹਦੇ ਵਾਲੇ ਪਾਸੇ ਦੀ। ਹਾਂਜੀ, ਚੜ੍ਹਦਾ ਪਾਸਾ ਕਿਹੜਾ ਹੈ? ਹੀ ਸਿਰਫ ਪੰਜਾਬ ਸੀ, ਇਹ ਵਾਲਾ ਨਹੀਂ, ਉਹ ਵੱਡਾ ਪੁਰਾਣਾ ਪੰਜਾਬ ਹੈ ਮੋਹਨਜੋਦੜੋ ਤੇ ਹੜੱਪਾ। ਤੇ ਇਹ ਸਾਰੀਆਂ ਗੱਲਾਂ ਨੇ, ਇਹ ਸਾਰੀਆਂ ਬਾਤਾਂ ਨੇ। ਤੇ ਲੋਕ ਮੀਜ਼ੋਪਟਾਮੀਆ ਯਾਨੀ ਕਿ ਬਾਬਲ ਸ਼ਹਿਰ ਨਾਲ ਪੰਜਾਬੀ ਜਿਹੜੇ ਨੇ ਤਜਾਰਤ ਕਰਦੇ ਸੀ। ਤੇ ਬਾਬਲ ਸ਼ਹਿਰ ਦੀਆਂ ਤੇ ਬੜੀਆਂ ਕਹਾਣੀਆਂ ਸਾਡੀਆਂ ਤੇ ਗੱਲ ਅਸੀਂ ਉਹਦੇ ਤੇ ਨਹੀਂ ਨਾ ਕਰਾਂਗੇ, ਅਸੀਂ ਆਪਣੇ ਪੰਜਾਬ ਤੇ ਗੱਲ ਕਰਾਂਗੇ। ਹੁਣ ਇੱਕ ਮੈਂ ਕਿਤਾਬ ਪੜ੍ਹੀ, ਉਹਨੇ ਉਹਦੇ ਚ ਲਿਖਿਆ ਜੀ ਇਹ ਜਿਹੜੀ ਹੈ ਨਾ ਦਰਿਆ ਸਵਾਂ ਦੀ ਜਿਹੜੀ ਤਰੀਕ ਹੈ, ਸਵਾਂ ਸਿਵਲਾਈਜੇਸ਼ਨ ਜਿਹੜੀ ਹੈ ਇਹ 5 ਲੱਖ ਸਾਲ 5 ਲੱਖ ਸਾਲ ਪੁਰਾਣੀ ਤਹਿਦੀਕ। ਇੱਕ ਨੇ ਕਿਹਾ 11,3300 ਸਾਲ ਪੁਰਾਣੀ। ਇਹ ਤਾਂ ਰਾਤੀ ਜਾਣਦਾ ਕਿੰਨਾ ਨੂੰ ਉਹਨੇ ਕਿਦੋਂ ਚੁੱਕਿਆ। ਅਸੀਂ ਤਾਂ ਖੰਡਰਾਂ ਤੋਂ ਅੰਦਾਜ਼ਾ ਲਾਣੇ, ਜਿੰਨੇ ਖੰਡਰਾਂ ਤੇ ਤਹਿਕੀਕ ਕੀਤੀ, ਹਜ਼ਾਰਾਂ ਤੇ ਤਹਿਕੀਕ ਕੀਤੀ, ਅਸੀਂ ਤੇ ਉਹਦੀ ਗੱਲ ਲੈ। ਤੇ 5000 ਸਾਲ ਪੁਰਾਣੀ ਜਿਹੜੀ ਤਹਿਜ਼ੀਬ ਸੀ, ਸਨੀ ਸਵਾਲ ਕਬੀਲਾ ਹੁੰਦਾ ਸੀ ਕੋਈ, ਸਨੀ ਸਵਾਲ, ਜਿਵੇਂ ਬੱਕਰਵਾਲ, ਪਿੰਡੀਵਾਲ। ਹਾਂਜੀ, ਅੱਜ ਵੀ ਉਹ ਵਾਲ ਦਾ ਲਫ਼ਜ਼ ਇਸਤੇਮਾਲ ਕਰਦੇ ਨੇ। ਇਹਦੇ ਚ ਮੈਨੂੰ ਥੋੜਾ ਜਿਹਾ ਸ਼ੱਕ ਹੈ ਇਹ ਕੋਈ ਆਪਣੀ ਵਾੜ ਗਿਆ ਹੈ ਲਿਖਣ ਵਾਲਾ। ਉਹਨੇ ਕਿਹਾ ਜੀ ਸਨੀ ਸਵਾਲ ਕਬੀਲਾ ਜਿਹੜਾ ਨਾ ਹੁਕਮਰਾਨ ਸੀ। ਜੇ ਇਹਨਾਂ ਨੂੰ ਪਤਾ ਹੈ ਤੇ ਫਿਰ ਸਾਨੂੰ ਬਾਕੀ ਚੀਜ਼ਾਂ ਵੀ ਤਾਂ ਦੱਸੇ ਨਾ, ਚੁੱਪ ਕਿਉਂ ਹੋ ਜਾਂਦਾ? ਤਰੀਕ ਤੇ ਕਦੀ ਚੁੱਪ ਨਹੀਂ ਹੋਈ। ਤਰੀਕ ਤੇ ਅਗਰ ਇਹਨਾਂ ਦੱਸ ਸਕਦੀ ਹੈ ਕਿ ਫਲਾਣਾ ਜਿਹੜਾ ਬੰਦਾ ਵੇ, ਫਲਾਣਾ ਜਿਹੜਾ ਪਰਿਵਾਰ ਹੈ, ਉਹ ਉੱਥੇ ਫਲਾਣਾ ਕਬੀਲਾ ਜਿਹੜਾ ਵੇ ਉਹ ਹੁਕਮਰਾਨ ਸੀ, ਤੇ ਇਹ ਵੀ ਦੱਸੇ ਨਾ ਕਿ ਬਾਦਸ਼ਾਹ ਕਿਹੜਾ ਸੀ, ਉਹਦੇ ਸ਼ਹਿਜ਼ਾਦੇ ਕਿਹੜੇ ਕਿਹੜੇ ਸਨ। ਸਾਡਾ ਹੱਕ ਬਣਦਾ ਤਹਿਕੀਕ ਦੇ ਉੱਤੇ ਜਿਹੜਾ ਨਾ ਉਹ ਗੱਲ ਕਰਨ ਦਾ। ਫਿਰ ਅੱਗੇ ਤੁਰਦੇ ਆਏ, ਟਾਈਮ ਲੰਘਦਾ ਗਿਆ। 2000 ਕਬਲ ਮਸੀਹ ਦੇ ਵਿੱਚ ਜਿਹੜਾ ਹੈ ਨਾ, ਜਿਹੜਾ ਕਹਿੰਦੇ ਨੇ ਯੂਰਪੀਅਨ ਤਹਿਰੀਰਾਂ ਲਿਖਣ ਵਾਲੇ,
ਕਹਿੰਦੇ ਨੇ 2000 ਤੋਂ 1800 ਕਬਲ ਮਸੀਹ ਦੇ ਵਿੱਚ ਇਹ ਜਿਹੜੇ ਨੇ ਆਰੀਆ ਲੋਕ ਹਿੰਦੂ ਕਸ਼ ਨੂੰ ਕ੍ਰਾਸ ਕੀਤਾ ਇਹਨਾਂ ਨੇ। ਹਾਂਜੀ, ਤੇ ਏਸ਼ੀਆ ਦੇ ਦਿਲ ਦੇ ਵਿੱਚੋਂ ਇਹ ਨਿਕਲ ਕੇ ਆ ਗਏ ਇੱਧਰ ਨੂੰ ਪੰਜਾਬ ਨੂੰ। ਹਾਂਜੀ, ਤੇ ਇਹਨਾਂ ਦੇ ਆਉਣ ਨਾਲ ਬੜਾ ਵਿਕਾਸ ਹੋਇਆ, ਬੜੀ ਤਬਦੀਲੀ ਆਈ, ਬੜੀਆਂ ਚੇਂਜਿਸ ਆਈਆਂ ਜੀ। ਤੇ ਉਹ ਲਿਖਦੇ ਨੇ ਜੀ ਇਹ ਹੜੱਪਾ ਤੇ ਮੋਹਨਜੋਦੜੋ ਕਿਉਂਕਿ ਇਹ ਤਾਂਬੇ ਦਾ ਸੀ ਤੇ ਇਹਨਾਂ ਦੀਆਂ ਆਪਸ ਵਿੱਚ ਕੋਈ ਜੰਗਾਂ ਜੁੰਗਾਂ ਹੋਈਆਂ, ਉਹਨਾਂ ਜੰਗਾਂ ਦਾ ਸਬੂਤ ਕੋਈ ਨਹੀਂ ਮਿਲਦਾ ਨਾ। ਸਿਆਪਾ ਹੈਗਾ, ਇਸ ਲਈ ਮੈਂ ਉਹਦੇ ਤੇ ਗੱਲ ਨਹੀਂ ਕਰਾਂਗਾ। ਕੁਛ ਨੇ ਲਿਖਿਆ ਕਿ ਮੌਸਮੀਆਤੀ ਤਬਦੀਲੀਆਂ ਆਈਆਂ, ਉਹਨਾਂ ਮੌਸਮੀਆਤੀ ਤਬਦੀਲੀਆਂ ਦੇ ਨਾਲ ਜਿਹੜਾ ਵੇ ਇਹ ਸ਼ਹਿਰ ਜਿਹੜੇ ਨੇ ਇਹ ਉਜੜੇ, ਬਰਬਾਦ ਹੋਏ, ਮਿੱਟੀ ਥੱਲੇ ਆ ਗਏ। ਇਹ ਗੱਲ ਦੇ ਵਿੱਚ ਜ਼ੋਰ ਪੈਂਦਾ ਹੈ। ਲੇਕਿਨ ਉਹ ਜਿਹੜੀਆਂ ਜੰਗਾਂ ਉਹ ਕਹਿ ਰਿਹਾ ਹੈ ਕਿ ਆਰੀਆਂ ਦੇ ਨਾਲ ਜੰਗਾਂ ਹੋਈਆਂ ਸੀ, ਉਹਨਾਂ ਦਾ ਕੋਈ ਸਬੂਤ ਨਹੀਂ ਮਿਲਦਾ। ਬੜੇ ਬਾਅਦ ਚੋਂ ਆ ਕੇ ਉਹਨਾਂ ਦੀ ਤਾਰੀਖ ਮਿਲਦੀ ਹੈ, ਪਹਿਲੇ ਨਹੀਂ ਮਿਲਦੀ। ਫਿਰ ਜੀ ਆਰੀਆ ਲੋਕ ਸਨ, ਉੱਥੋਂ ਸਾਨੂੰ ਵੀ ਬੜਾ ਕੁਛ ਲੱਭਾ। ਗੱਡਾਂ ਤੇ ਉਹ ਸਫ਼ਰ ਕਰਦੇ ਸਨ, ਮਾਲ ਆਪਣਾ ਜਿਹੜਾ ਇਹ ਉਹ ਤੰਬੂ ਸ਼ੰਬੂ ਆਪਣੇ ਰੱਖ ਕੇ ਖੈਮੇ ਉਹ ਜਿਹੜੇ ਨੇ ਉਹ ਰੱਖਦੇ ਸਨ, ਤੇ ਉਹ ਤੰਬੂ ਬਣਾਉਂਦੇ ਸਨ ਇਹਨਾਂ ਦੇ ਵਾਲਾਂ ਦੇ, ਉੱਨ ਦੇ, ਜਾਨਵਰਾਂ ਦੀ ਚਮੜੇ ਨਾਲ, ਉਹਨਾਂ ਦੀ ਚਮੜੀ ਦੇ ਨਾਲ। ਤੇ ਜਿੱਥੇ ਮਰਜ਼ੀ ਆ ਕੇ ਉਹਨਾਂ ਨੇ, ਜਿਵੇਂ ਅੱਜ ਦੇ ਦੌਰ ਦੇ ਵਿੱਚ ਜਿਵੇਂ ਸਾਡੇ ਭਰਾਵਾ ਕੋਈ ਬੁਰਾ ਨਾ ਮਨਾਏ, ਇੱਕ ਪਾਕਿਸਤਾਨ ਦੇ ਵਿੱਚ ਲੋਕਾਂ ਨੂੰ ਕਿਹਾ ਜਾਂਦਾ ਟਕਲੀਵਾਸ। ਉਹਨਾਂ ਨੇ ਝੁੱਗੀਆਂ ਬਣਾਈਆਂ ਹੁੰਦੀਆਂ, ਉਹ ਵੇਖਦੇ ਨੇ ਅੱਛਾ ਇੱਥੇ ਜਿਹੜਾ ਨਾ ਕੰਮ ਨਹੀਂ ਲੱਭਦਾ ਪਿਆ, ਚਲੋ ਘਰ ਪੁੱਟੋ ਟੱਪੋ ਖੋਤੀ ਰੇੜੀ ਤੇ ਅਗਲੇ ਪਾਸੇ ਚਲੀਏ ਜਿੱਥੇ ਕੋਈ ਕੰਮ ਲੱਭੇਗਾ। ਮਿਹਨਤੀ ਲੋਕ ਨੇ, ਬਹੁਤ ਮਿਹਨਤੀ ਨੇ। ਜਿਹੜੇ ਕੋਈ ਨਹੀਂ ਕੁਛ ਕਰ ਸਕਦੇ ਉਹ ਕਹਿੰਦੇ ਨੇ ਚਲੋ ਜੀ। ਮੇਰਾ ਖਿਆਲ ਹੈ ਕਿ ਆਰੀਆ ਲੋਕ ਇੰਝ ਦੀ ਹੀ ਕੋਈ ਹਿਸਾਬ ਕਿਤਾਬ ਸੀ, ਕਿਉਂਕਿ 33,000 ਸਾਲ 3300 ਕਬਲ ਮਸੀਹ ਦੀ ਕੋਈ ਸਾਨੂੰ ਜਿਹੜੀ ਹੈ ਨਾ ਉਹ ਪੁਰਾਣੀਆਂ ਇਮਾਰਤਾਂ ਨਹੀਂ ਲੱਭੀਆਂ ਹੈ ਸੈਂਟਰਲ ਏਸ਼ੀਆ ਦੇ ਵਿੱਚ, ਜਿਹਨੂੰ ਵਸਤ ਏਸ਼ੀਆ ਕਹਿੰਦੇ ਆ। ਹਾਂਜੀ, ਉੱਥੇ ਵੀ ਮੈਦਾਨ ਸਨ, ਅੱਜ ਵੀ ਮੈਦਾਨ ਨੇ, ਲੇਕਿਨ ਇੱਥੇ ਮੈਦਾਨ ਵੀ ਸਨ, ਪਾਣੀ ਵੀ ਸੀ, ਖੁਰਾਕ ਵੀ ਸੀ, ਇਸ ਲਈ ਉਹ ਲੋਕ ਇੱਧਰ ਆਏ। ਲੇਕਿਨ ਇਹਦੇ ਨਾਲ ਇੱਕ ਬੜੀ ਵੱਡੀ ਸ਼ੈ ਆਈ ਕਿ ਲੋਕ ਜਿਹੜੇ ਸਨ ਨਾ ਇਹ ਲੋਹੇ ਦੇ ਔਜ਼ਾਰ ਲੋਹੇ ਦੇ ਔਜ਼ਾਰ ਬਣਾਉਣ ਨਾਲ, ਕਿਉਂਕਿ ਸਾਡੇ ਜਿਹੜੇ ਲੋਕ ਰਹਿ ਗਏ ਸੀ ਸਲਾਬ ਸਲੂਬ ਆਏ, ਠੰਡ ਪਈ ਜਾਂ ਗਰਮੀ ਪਈ, ਕਿਵੇਂ ਉਹ ਚਲੇ ਗਏ ਉਹ ਰੱਬ ਸੋਹਣਾ ਜਾਣਦਾ। ਲੇਕਿਨ ਉਹ ਤਾਂਬੇ ਤੋਂ ਤੇ ਕਾਂਸੀ ਤੋਂ ਅਸੀਂ ਆ ਗਏ ਲੋਹੇ ਵਾਲੇ ਪਾਸੇ, ਸਸਤਾ ਤੇ ਪਾਏਦਾਰ। ਤੇ ਮਜ਼ੀਦ ਅੱਗੇ ਇਸ ਚੀਜ਼ ਨੂੰ ਲੈ ਕੇ ਚੱਲਾਂਗੇ। ਇਜਾਜ਼ਤ ਦੇਵੋ, ਬਰਾਏ ਮਿਹਰਬਾਨੀ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਪ੍ਰੈਸ ਕਰੋ, ਤੇ ਕੋਈ ਕਮੀ ਬੇਸ਼ੀ ਹੈ ਦੱਸੋ, ਤਾਂ ਕਿ ਅਸੀਂ ਤਸੀਹ ਕਰ ਸਕੀਏ, ਠੀਕ ਕਰ ਸਕੀਏ।